होगा। 3 अगस्त को पठानकोट के रंजीत सागर बांध में भारतीय सेना का एक हेलीकॉप्टर दुर्घटनाग्रस्त हो गया था, जिसमें सवार 2 पायलट लापता हो गए थे। आज कल एक जो है पायलट बाथ जिनका शव बरामद हो चुका है। आज उनका पार्थिव शरीर उनके घर अमृतसर में, जो कि लाभनगर में स्थित है, वहां पर लाया गया है। जबकि एक दूसरा जो पायलट है उसकी तलाश अभी तक भी जारी है। सर्च टीम के मुताबिक बाथ का शव मिलने के बाद उनके पास से एक अन्य पायलट भी मिला, लेकिन वह नज़र नहीं आया। इसकी तलाश जारी है। जल्द ही एक दूसरे पायलट का शव मिल जाएगा। बता दें कि सेना का पोल ALH Mark 4 हेलीकॉप्टर 3 अगस्त को सुबह करीब 10:50 पर रंजीत सागर बांध में दुर्घटनाग्रस्त हो गया था। हेलीकॉप्टर ने पठानकोट से उड़ान भरी थी। इसमें लेफ्टिनेंट कर्नल AS बाठ और उनके सहयोगी अधिकारी जयंत जोशी सवार थे। हादसे के बाद दोनों की विभिन्न टीमों की ओर से तलाश की जा रही थी। इसी बीच 13 दिनों के बाद बाथ का जो पायलट का शव बांध से बरामद कर लिया गया है। आप देख सकते हैं किस तरह पूरी जो सेना के अधिकारी हैं उनके घर में पहुंचे हुए हैं। ये देखिए, स्वर्गीय लेफ्टिनेंट कर्नल अभिजीत के पार्थिव शरीर को बाहर लाया जा रहा है और सेना की टुकड़ी उन्हें सलामी दे रही है। पूरे राजकीय सम्मान के साथ उनके पार्थिव शरीर को गाड़ी में रखा जाएगा और शान घाट पर लेकर जाया जाएगा, जहां पर उनका संस्कार किया जाएगा। आप देख सकते हैं कि लेफ्टिनेंट कर्नल अभिजीत सिंह बाठ के पार्थिव शरीर को जवान अपने कांधों पर उठाकर, और इस गाड़ी में देखिए उन्हें पूरा सम्मान के साथ उनके पार्थिव शरीर को गाड़ी में रखा जाएगा। हमारे साथ हैं कर्नल कुलदीप संधू, जो इस समय जो पायलट हैं बात उनके घर के बाहर खड़े हैं। सत श्री अकाल सर। ਸਤਿ ਸ਼੍ਰੀ ਅਕਾਲ ਜੀ। ਸਰ, ਥੋੜ੍ਹਾ ਦੱਸਣਾ, ਜਿਹੜਾ ਇਹ ਹਾਦਸਾ ਹੋਇਆ, ਤੁਸੀਂ ਇਹਨਾਂ ਨੂੰ ਪਰਸਨਲੀ ਤੌਰ 'ਤੇ ਜਾਣਦੇ ਸੀ ਬਾਦਸ਼ਾਹ ਨੂੰ? ਪਰਸਨਲ ਤੌਰ ਤੇ ਜਾਣਦੇ ਸੀ ਜੀ। ਇਹਨਾਂ ਦੀ ਮਦਰ ਇੱਥੇ ਰਿਹਾਇਸ਼ ਇਹਨਾਂ ਦੀ ਇੱਥੇ ਆ। ਜਿਹੜਾ ਲੈਫਟੀਨੈਂਟ ਕਰਨਲ ਅਬੀਤ ਸਿੰਘ ਜਿਹੜਾ ਸੀ ਉਹ ਪੋਸਟਡ ਸੀ ਮਾਮਨ, ਔਰ ਮਾਮਨ 3 ਅਗਸਤ ਨੂੰ ਆਪਣੀ ਟੈਸਟ ਫਲਾਈਟ ਦੇ ਵਿੱਚ ਸੀ। ਟੈਸਟ ਫਲਾਈਟ ਦੇ ਵਿੱਚ ਟੈਕਨੀਕਲ ਖਰਾਬੀ ਹੋਣ ਨਾਲ ਐਕਸੀਡੈਂਟ ਹੋ ਗਿਆ, ਔਰ ਉਸ ਤੋਂ ਬਾਅਦ ਡੈੱਡ ਬੋਡੀ ਮਿਲੀ ਨਹੀਂ। ਡੈੱਡ ਬੋਡੀ ਜਿਹੜੀ ਉਹ ਪਰਸੋਂ ਹੀ ਮਿਲੀ, ਔਰ ਪਰਿਵਾਰ ਸਾਰਾ ਉੱਥੇ ਹੀ ਸੀ। ਉਹਨਾਂ ਦਾ ਉਸ ਟਾਈਮ 'ਤੇ ਉੱਥੇ ਹੀ ਰਿਹਾ ਸਾਰਾ ਤਲਾਸ਼ ਵਿੱਚ। ਔਰ ਅੱਜ ਸੁਬਾਹ ਉਹਨਾਂ ਦੀ ਡੈੱਡ ਬੋਡੀ ਜਿਹੜੀ ਆ ਮਾਮਨ ਤੋਂ ਹੈਲੀਕਾਪਟਰ ਦੇ ਰਾਹੀਂ ਅੰਮ੍ਰਿਤਸਰ ਕੈਂਟ ਦੇ ਵਿੱਚ ਲੈ ਕੇ ਆਈ, ਔਰ ਅੰਮ੍ਰਿਤਸਰ ਕੈਂਟ ਤੋਂ ਇੱਥੇ ਬਾਈ ਰੋਡ, ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ, ਉਹਨਾਂ ਦੇ ਘਰ ਦੇ ਬਾਹਰ ਤਿਆਰ ਖੜ੍ਹੇ ਹਾਂ। ਡੈੱਡ ਬੋਡੀ ਅੰਦਰ ਹੈ, ਸਾਰੇ ਦਰਸ਼ਨ ਕਰ ਰਹੇ ਨੇ। ਉਸ ਤੋਂ ਬਾਅਦ ਇਹਨਾਂ ਨੂੰ ਲੈ ਕੇ ਅਸੀਂ ਸ਼ਹੀਦਾਂ ਸਾਹਿਬ
ਕ੍ਰਿਮੇਸ਼ਨ ਗਰਾਊਂਡ ਦੇ ਵਿੱਚ ਲੈ ਕੇ ਜਾ ਰਹੇ ਹਾਂ। ਉੱਥੇ ਉਹਨਾਂ ਦੇ ਲਾਸਟ ਰਾਈਟਸ ਜਿਹੜੀਆਂ ਉਹ ਕੀਤੀਆਂ ਜਾਣਗੀਆਂ। ਜਿਵੇਂ ਦੋ ਲੋਕ ਸੀ ਕੀ ਦੱਸਿਆ ਜਾਂਦਾ ਇਹ ਮਿਸਟਰ ਬਾਟ ਦੀ ਤਾਂ ਬਾਡੀ ਮਿਲ ਗਈ ਤੇ ਦੂਸਰੇ ਜਿਹੜੇ ਪਾਇਲਟ ਸੀ ਨਾਲ ਇਹਨਾਂ ਦੇ ਕੋ ਪਾਇਲਟ ਸੀਗੇ ਉਹ ਕੋ ਪਾਇਲਟ ਸੀ ਕੈਪਟਨ, ਉਹਨਾਂ ਦੀ ਡੈਡ ਬੋਡੀ ਅਜੇ ਤੱਕ ਮਿਲੀ ਨਹੀਂ। ਉੱਥੇ ਵੀ ਤਲਾਸ਼ ਅਜੇ ਵੀ ਜਾਰੀ ਹੈ, ਅਜੇ ਤੱਕ ਨਹੀਂ ਮਿਲੀ ਉਹ। ਤੁਸੀਂ ਵੀ ਕਾਫੀ ਸਮੇਂ ਆਰਮੀ 'ਚ ਰਹੇ ਹੋ ਸਰ, ਇਸ ਤਰ੍ਹਾਂ ਦੇ ਆਰੋਪ ਲੱਗਦੇ ਵੀ ਕੁਝ ਜਿਹੜੇ ਹੈ ਸਾਡੇ ਹੈਲੀਕਾਪਟਰ ਹੋਣ ਜਾਂ ਕੁਝ ਪਾਇਲਟ ਜਹਾਜ਼ ਹੋਣ ਇਹ ਪੁਰਾਣੇ ਹੋ ਚੁੱਕੇ ਨੇ। ਕਿਆ ਤੁਹਾਨੂੰ ਲੱਗਦਾ ਕਿ ਜਿਹਦੇ 'ਚ ਸਵਾਰੀ ਕਰ ਰਹੇ ਸੀਗੇ ਇਹ ਵੀ ਕੋਈ ਪੁਰਾਣਾ ਸੀਗਾ ਹੈਲੀਕਾਪਟਰ? ਨਹੀਂ, ਇਹੋ ਜਿਹਾ ਮੈਂ ਕੁਝ ਨਹੀਂ ਕਹਿ ਸਕਦਾ, ਕਿਉਂਕਿ ਜਿਹੜੇ ਆਰਮੀ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਹੁੰਦੀਆਂ ਉਹ ਸਾਰੀਆਂ ਟੈਸਟ ਹੋ ਕੇ ਉਸ ਤੋਂ ਬਾਅਦ ਹੀ ਫਲਾਈਟ ਵਾਸਤੇ ਅਪਰੂਵ ਹੁੰਦੀਆਂ। ਫਲਾਈਟ ਤਾਂ ਹੀ ਉਡਾਨ ਕੀਤੀ ਜਾਂਦੀ ਹੈ ਜਦ ਤੱਕ ਉਹ ਬਿਲਕੁਲ ਫਲਾਈਟ ਵਾਸਤੇ ਫਿੱਟ ਹੁੰਦੇ ਆ। ਇਸ ਕਰਕੇ ਇਹਦਾ ਕੋਈ ਇਹੋ ਜਿਹਾ ਇਲਜ਼ਾਮ ਮੇਰਾ ਖਿਆਲ ਬਣਦਾ ਨਹੀਂ ਕਿਸੇ ਵੀ ਚੀਜ਼ ਦਾ। ਔਰ ਬਹੁਤ ਉਹ ਹੋਣਹਾਰ ਪਾਇਲਟ ਸੀ ਔਰ ਉਹਨਾਂ ਨੂੰ ਇਹਦੇ ਵਾਸਤੇ ਚੀਫ ਆਫ ਆਰਮੀ ਸਟਾਫ ਦਾ ਕਮੈਂਡੇਸ਼ਨ ਕਾਰਡ ਮਿਲਿਆ ਹੋਇਆ, GOCNC ਨਾਰਦਰਨ ਕਮਾਂਡ ਦਾ ਕਮੈਂਡੇਸ਼ਨ ਕਾਰਡ ਫॉर ਬਰੇਵਰੀ ਉਹਨਾਂ ਨੂੰ ਮਿਲਿਆ ਹੋਇਆ। ਐਂਡ ਉਹਨਾਂ ਨੇ ਜਿੰਨੇ ਵੀ ਕੋਰਸਿਸ ਵਗੈਰਾ ਕੀਤੇ ਆ ਉਹਦੇ ਵਿੱਚ ਉਹਨਾਂ ਨੇ ਫਸਟ ਪੋਜੀਸ਼ਨ ਹਾਸਲ ਕੀਤੀ ਹੋਈ ਆ। ਟੈਸਟ ਪਾਇਲਟ ਦਾ ਉਹਨਾਂ ਨੇ ਕੋਰਸ ਕੀਤਾ ਹੋਇਆ। ਸੋ ਹੀ ਵਾਜ਼ ਵੈਰੀ ਕੈਪੇਬਲ ਪਾਇਲਟ, ਪ੍ਰੋਫੈਸ਼ਨਲੀ ਵੈਰੀ ਫਿਟ। ਔਰ ਇਹੋ ਜਿਹੇ ਜਿਹੜੇ ਹਾਦਸੇ ਨੇ ਇਹ ਟੈਕਨੀਕਲ ਪ੍ਰੋਬਲਮ ਦੇ ਨਾਲ ਕਿਸੇ ਨਾਲ ਵੀ ਹੋ ਸਕਦੇ, ਇਹਦੇ ਵਿੱਚ ਆਪਾਂ ਕਿਸੇ ਨੂੰ ਬਲੇਮ ਨਹੀਂ ਕਰ ਸਕਦੇ। ਸਭ ਕਦੋਂ ਤੋਂ ਸੇਵਾ ਦੇ ਰਹੇ ਸੀ ਆਪਣੀ ਆਰਮੀ ਦੇ ਵਿੱਚ? ਇਹ ਦਸੰਬਰ 2002 ਦੇ ਵਿੱਚ ਇਹਨਾਂ ਨੇ ਆਰਮੀ ਜੁਆਇਨ ਕੀਤੀ AD ਰੈਜੀਮੈਂਟ ਦੇ ਵਿੱਚ। ਉਸ ਤੋਂ ਬਾਅਦ ਇਹਨਾਂ ਦਾ ਇੰਟਰਸਟ ਸੀ ਐਵੀਏਸ਼ਨ ਦੇ ਵਿੱਚ ਤੇ ਆਰਮੀ ਐਵੀਏਸ਼ਨ ਕੋਰ ਦੇ ਵਿੱਚ ਇਹਨਾਂ ਦੀ ਤਬਾਦਲਾ ਉੱਧਰ ਕਰਵਾ ਲਿਆ ਨਾ। ਉਸ ਤੋਂ ਬਾਅਦ ਆਰਮੀ ਐਵੀਏਸ਼ਨ ਦੇ ਨਾਲ ਹੀ ਸੀ ਔਰ ਮਾਮੂਨ ਪੋਸਟਡ ਸਨ ਅੱਜ ਕੱਲ੍ਹ, ਉੱਥੋਂ ਹੀ ਐਕਸੀਡੈਂਟ ਹੋਇਆ ਸਾਰਾ। ਤੁਹਾਨੂੰ ਕੀ ਲੱਗਦਾ, ਦੇਖੋ 13 ਦਿਨ ਲੱਗੇ ਇਹਨਾਂ ਦੀ ਬਾਡੀ ਲੱਭਣ 'ਚ, ਕਿਤੇ ਵੀ ਬਹੁਤ ਨੀਚੇ ਚਲੀ ਗਈ ਸੀ, ਕੀ ਰੀਜ਼ਨ ਸੀ, ਕਿਉਂ ਇੰਨੀ ਟਾਈਮ ਕਿਉਂ ਲੱਗ ਗਿਆ? ਕਿਉਂਕਿ ਕਾਫੀ ਟੀਮਾਂ ਉੱਥੇ ਬਹੁਤ ਸਾਰੀਆਂ ਲੱਗੀਆਂ ਹੋਈਆਂ, ਸਭ ਤਮਾਮ ਏਜੰਸੀਆਂ ਲੱਗੀਆਂ ਹੋਈਆਂ ਸੀ। ਦੇਖੋ ਜੀ, ਬਾਡੀ ਜਿਹੜੀ ਹੈ 76 ਮੀਟਰ ਡੈਪਥ 'ਤੇ ਮਿਲੀ ਹੈ ਔਰ ਬਾਡੀ ਕੈਬਨ ਦੇ ਵਿੱਚ ਹੀ ਪਾਈ ਗਈ ਔਰ ਪੂਰਾ ਰੈਕੇਜ ਜਿਹੜਾ ਵਾ ਹੈਲੀਕਾਪਟਰ ਦਾ ਉਹ ਵੀ ਥੱਲੇ ਡਾਊਨ ਬਲੋ ਹੀ ਆ ਤੇ ਉੱਥੋਂ ਜਦੋਂ ਬਾਡੀ ਤੋਂ ਉੱਪਰ ਆ ਹੀ ਨਹੀਂ ਸੀ ਸਕਦੀ। ਔਰ ਜਿਹੜੇ ਬੰਦੇ ਤਲਾਸ਼ ਕਰਦੇ ਸੀ ਡਾਈਵਰ ਵਗੈਰਾ ਫਰੋਮ ਦਾ ਨੇਵੀ ਆਲਸੋ ਡਾਈਵਰਸ ਡੀਪ ਡਾਈਵਰਸ ਆਏ, ਉਹਨਾਂ ਨੇ ਆਪਣਾ ਬੜੀ ਮੁਸ਼ਕਲ ਨਾਲ ਸਾਰਾ ਕੰਮ ਕੀਤਾ। ਕਿਉਂਕਿ ਫਿਰ ਐਡਾ ਬਹੁਤ ਤੁਹਾਨੂੰ ਪਤਾ ਹੈ ਜਿਹੜਾ ਰਣਜੀਤ ਸਾਗਰ ਡੈਮ ਔਰ ਬਹੁਤ ਵੱਡਾ ਪਾਣੀ ਦਾ ਇੱਕ ਹੈਗਾ ਸਾਗਰ, ਔਰ ਉੱਥੇ ਤੇ ਫਿਰ ਜਗ੍ਹਾ ਜਗ੍ਹਾ ਲੱਭਣਾ ਬੜੀ ਮੁਸ਼ਕਲ ਹੈ ਨਾ ਜੀ, ਪਿਨ ਪੁਆਇੰਟ ਕਰਨਾ ਐਗਜ਼ੈਕਟਲੀ। ਸੋ ਇਸ ਕਰਕੇ ਟਾਈਮ ਲੱਗਦਾ। ਤੁਹਾਨੂੰ ਕੀ ਲੱਗਦਾ ਜਿਹੜਾ ਉਹ ਪੂਰਾ ਕਿਟ ਕੱਢ ਲਈ ਗਈ ਹੈ ਉਹਦੀ ਹੈਲੀਕਾਪਟਰ ਦੀ ਵੀ ਤਾਂ ਕਿ ਪਤਾ ਲਾਇਆ ਜਾਵੇ ਵੀ ਇਹਦੀ ਕੋਈ ਤਕਨੀਕੀ ਫਾਲਟ ਆਇਆ ਸੀ ਤਾਂ ਕੀ ਰੀਜ਼ਨ ਰਿਹਾ ਹੈ? ਇਹ ਹੈਲੀਕਾਪਟਰ ਰੈਕੇਜ ਅਜੇ ਅੰਡਰ ਹੀ ਆ, ਅਜੇ ਪੂਰਾ ਨਿਕਲਿਆ ਨਹੀਂਗਾ। ਲਾਈਕ ਉਹਦੇ ਵਿੱਚ ਸਭ ਤੋਂ ਜ਼ਰੂਰੀ ਬਲੈਕ ਬਾਕਸ ਹੁੰਦਾ, ਬਲੈਕ ਬਾਕਸ ਅਜੇ ਤੱਕ ਮਿਲਿਆ ਨਹੀਂ, ਉਹ ਜਦ ਤੱਕ ਮਿਲੇਗਾ ਫਿਰ। ਇਹਨਾਂ ਦੇ ਬੱਚੇ ਵੀ ਰਹਿੰਦੇ ਆ ਜਾਂ ਇਹਨਾਂ ਦੇ ਮਦਰ ਰਹਿੰਦੇ ਸੀ? ਨਹੀਂ, ਇੱਥੇ ਇਕੱਲੇ ਮਦਰ ਹੀ ਰਹਿੰਦੇ, ਬੱਚੇ ਉਹਨਾਂ ਦੇ ਉੱਥੇ ਮਾਮੂ ਨਾਲ ਰਹਿੰਦੇ ਸੀ। ਉਹਨਾਂ ਦੀ ਵਾਈਫ ਹੈ, ਇੱਕ ਬੇਟਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ 13 ਸਾਲ ਦਾ ਵਾ, 8ਵੀਂ 'ਚ ਪੜ੍ਹਦਾ ਵਾ, बस वही बच्चे। धन्यवाद हमारे साथ बात करने। ये थे देखिए कुलदीप संधू, कर्नल, रिटायर्ड कर्नल हैं। इनका कहना है कि 2 लोग थे उस हेलीकॉप्टर में सवार जब ये हादसा होता है। रंजीत सागर बांध में ये हेलीकॉप्टर गिर जाता है और दोनों पायलट जो उसमें डूब जाते हैं। 13 दिनों बाद एक पायलट का जो शव है वो मिल गया है पार्थ तो, और दूसरे की तलाश अभी भी जारी है। आप देख सकते हैं पूरे सेना के अधिकारी यहाँ पर, आसपास के लोग भी श्रद्धांजलि देने के लिए किस तरह से उनके आए हैं। हर आंख नम है और हर कोई गमगीन है, पूरा माहौल जो गमगीन है। अब इनके जो शरीर है, इनको पार्थिव शरीर को दाह संस्कार के लिए शहीदा साहब गुरुद्वारे में ले जाया जा रहा है। उधर आज राजकीय सम्मान के साथ लेफ्टिनेंट कर्नल सत्यजीत बाठ के पार्थिव शरीर का अंतिम संस्कार शहीदा साहब के सामने स्थित शमशान घाट में कर दिया गया, जहां पर उन्हें श्रद्धांजलि दी गई। आपको ये भी बता दें कि लेफ्टिनेंट कर्नल बाठ का जन्म अमृतसर में हुआ था और यहीं पले बड़े, खालसा कॉलेज में उन्होंने पढ़ाई की और उसके बाद सेना में नौकरी कर ली। उन्होंने देश के कई शहरों में अपनी सेवाएं दी हैं। इस समय वह पठानकोट के मामून कैंट में तैनात थे। उनके पिता सरबजीत सिंह बाठ भी सेना में ही थे। उन्होंने भी कई मेडल जीते हैं। अपनी तस्वीरों में अमृतसर के गुरुद्वारा श्री बाबा दीप सिंह की रोड में शमशान घाट में सरकारी सम्मानों के बाद अंतिम विदाई भी दी जा रही है।
जिक्र जो होगा कि उनकी एविएशन कोच हेलीकॉप्टर तो ALH4 3 अगस्त को सवेरे 10:50 की हादसाग्रस्त होकर रंजीत सागर डैम पर गिरा और लगभग 13 दिनों बाद उस हेलीकॉप्टर के पायलट फ्लैक्टिंग करने की इस पार्ट के लिए मृतक भी बरामद की गई थी। हेलो भाई साहब अमृतसर से D4 न्यूज़ के लिए दीपक भंडारी के साथ रिपोर्ट।